Hello students, today we will talk about our grammar topic active and passive voice, or you can say it change the voice. ਸਾਡਾ ਅੱਜ ਦਾ ਟੌਪਿਕ ਹੈ ਐਕਟਿਵ ਵੌਇਸ, ਜਿਹਨੂੰ ਅਸੀਂ ਆਮ ਪੰਜਾਬੀ ਦੇ ਵਿੱਚ ਕਹਿ ਦਿੰਦੇ ਹਾਂ ਕਿ ਐਕਟਿਵ ਪੈਸਿਵ। ਠੀਕ ਹੈ, ਇਹਦੇ ਬੱਚੇ ਪਹਿਲਾਂ ਰੂਲਸ ਆ ਮੈਂ ਤੁਹਾਨੂੰ ਦੱਸ ਦੇਵਾਂ ਕਿ ਇਹਦੇ ਵਿੱਚ ਆਬਜੈਕਟ ਚੇਂਜਸ ਇਨਟੂ ਸਬਜੈਕਟ। ਆਬਜੈਕਟ ਹੁੰਦਾ ਜਿਹੜਾ ਤੁਹਾਡੇ ਸੈਂਟੈਂਸ ਦੇ ਐਂਡ ਵਿੱਚ ਆਉਂਦਾ, ਅਤੇ ਸਬਜੈਕਟ ਹੁੰਦਾ ਜਿਹੜਾ ਤੁਹਾਡੇ ਸੈਂਟੈਂਸ ਦੀ ਸਟਾਰਟਿੰਗ ਦੇ ਵਿੱਚ ਹੁੰਦਾ। ਮੰਨ ਲਓ ਆਹ ਤੁਹਾਡਾ ਸੈਂਟੈਂਸ ਆ, ਇਹਦੇ ਵਿੱਚ ਇਹ ਤੁਹਾਡਾ ਸਬਜੈਕਟ ਆ, ਇਹ ਤੁਹਾਡਾ ਵਰਬ ਆ, ਇਹ ਤੁਹਾਡਾ ਹੈਗਾ ਆਬਜੈਕਟ। ਹੁਣ ਜਿਹੜਾ ਐਕਟਿਵ ਪੈਸਿਵ ਦੇ ਵਿੱਚ ਸੈਂਟੈਂਸ ਹੁੰਦਾ, ਉਹਦੇ ਵਿੱਚ ਕੀ ਹੁੰਦਾ ਕਿ ਜਿਹੜਾ ਤੁਹਾਡਾ ਆਬਜੈਕਟ ਆ ਉਹ ਸਬਜੈਕਟ ਦੇ ਬਦਲ ਵਿੱਚ ਬਦਲ ਜਾਂਦਾ, ਅਤੇ ਜਿਹੜਾ ਸਬਜੈਕਟ ਆ ਚੇਂਜਸ ਇਨਟੂ ਆਬਜੈਕਟ। ਅਗਲਾ ਟਰਮ ਆ ਬੱਚੇ ਕਿ ਜਿਹੜੀ ਇਹਦੇ ਵਿੱਚ ਵਰਬ ਦੀ ਥਰਡ ਫਾਰਮ ਯੂਜ਼ ਕੀਤੀ ਜਾਂਦੀ ਆ ਅਤੇ ਬਾਈ ਯੂਜ਼ ਕੀਤਾ ਜਾਂਦਾ। ਠੀਕ ਹੈ, ਇਹਦੇ ਵਿੱਚ ਕੀ ਹੁੰਦਾ ਵਰਬ ਦੀ ਥਰਡ ਫਾਰਮ ਯੂਜ਼ ਹੁੰਦੀ ਆ ਅਤੇ ਬਾਈ ਯੂਜ਼ ਕੀਤਾ ਜਾਂਦਾ। ਫਿਰ ਧਿਆਨ ਨਾਲ ਸੁਣੋ ਕਿ ਜਿਹੜਾ ਆਬਜੈਕਟ ਆ ਉਹ ਸਬਜੈਕਟ ਦੇ ਵਿੱਚ ਬਦਲ ਜਾਂਦਾ, ਭਾਵ ਆਬਜੈਕਟ ਐਂਡ 'ਤੇ ਹੁੰਦਾ ਉਹਨੇ ਸਟਾਰਟਿੰਗ ਦੇ ਵਿੱਚ ਆ ਜਾਣਾ, ਸਬਜੈਕਟ ਸਟਾਰਟਿੰਗ ਦੇ ਵਿੱਚ ਹੁੰਦਾ ਉਹਨੇ ਐਂਡ ਦੇ ਵਿੱਚ ਚਲਾ ਜਾਣਾ। ਇਹ ਰੂਲਸ ਆ ਬੱਚੇ ਜਿਹੜੇ ਤੁਸੀਂ ਕਾਪੀ ਦੇ ਉੱਪਰ ਵੀ ਲਿਖਣੇ ਹੈਗੇ, ਸਿਰਫ ਇਹ ਨਹੀਂ ਕਿ ਤੁਸੀਂ ਲਿਖ ਕੇ ਹੀ ਛੱਡ ਦੇਣੇ ਆ, ਇਹਨਾਂ ਨੂੰ ਤੁਸੀਂ ਪੂਰੀ ਤਰ੍ਹਾਂ ਯਾਦ ਵੀ ਕਰਨਾ, ਕਿਉਂਕਿ ਜਿਹੜੇ 10 ਰੂਲਸ ਆ ਇਹਦੇ ਉੱਤੇ ਡਿਪੈਂਡ ਆ ਤੁਹਾਡਾ ਚੇਂਜ ਆਫ ਵੌਇਸ ਟੌਪਿਕ। ਉਸ ਤੋਂ ਅੱਗੇ ਐਗਜ਼ਾਮਪਲ ਲੈਂਦੇ ਹਾਂ, ਜਿਵੇਂ ਮੈਂ ਤੁਹਾਨੂੰ ਕਿਹਾ ਇਹਨਾਂ ਨੂੰ ਵੈਰੀਫਾਈ ਕਰਨ ਦੇ ਲਈ ਕਿ ਸਬਜੈਕਟ ਕਿਵੇਂ ਆਬਜੈਕਟ ਬਣਦਾ, ਆਬਜੈਕਟ ਕਿਵੇਂ ਸਬਜੈਕਟ ਬਣਦਾ। ਸਾਡੇ ਕੋਲ ਐਗਜ਼ਾਮਪਲ ਹੈ ਰਾਮ ਪਲੇਜ਼ ਹਾਕੀ। ਇਹ ਰਾਮ ਆ, ਦੇਖੋ ਸਾਡਾ ਜਿਹੜਾ ਸਬਜੈਕਟ ਆ, ਜਿਹੜਾ ਪਲੇ ਆ ਇਹ ਸਾਡੇ ਕੋਲ ਵਰਬ ਆ, ਵਰਬ ਦੀ ਫਾਰਮ ਦੇ ਪਹਿਲੀ ਫਾਰਮ ਦੇ ਨਾਲ ਕੀ ਲੱਗਿਆ ਹੋਇਆ ਐਸ, ਕਿਉਂਕਿ ਇਹ ਸਿੰਗੂਲਰ ਆ, ਅਤੇ ਆਬਜੈਕਟ ਸਾਡਾ ਜਿਹੜਾ ਉਹ ਕੀ ਆ ਹਾਕੀ। ਰਾਮ ਪਲੇਜ਼ ਹਾਕੀ, ਇਹ ਜਿਹੜਾ ਸੈਂਟੈਂਸ ਆ ਸਾਡਾ ਐਕਟਿਵ ਸੈਂਟੈਂਸ ਆ। ਠੀਕ ਹੈ, ਇਹ ਸਾਡੇ ਕੋਲ ਸੈਂਟੈਂਸ ਆ ਜਿਹੜਾ ਐਕਟਿਵ ਵੌਇਸ ਦੇ ਵਿੱਚ ਸੈਂਟੈਂਸ ਆ। ਉਸ ਤੋਂ ਜਦੋਂ ਅਸੀਂ ਇਹਨੂੰ ਪੈਸਿਵ ਦੇ ਵਿੱਚ ਚੇਂਜ ਕਰਦੇ ਹਾਂ, ਦੇਖੋ ਧਿਆਨ ਨਾਲ ਕੀ ਬਣ ਜਾਂਦਾ ਇਹ ਹਾਕੀ। ਹੁਣ ਇਹ ਜਿਹੜਾ ਆਬਜੈਕਟ ਸੀ ਸਾਡਾ ਇਹ ਸਾਡਾ ਸਬਜੈਕਟ ਬਣ ਗਿਆ ਹਾਕੀ। ਹੈਲਪਿੰਗ ਵਰਬ ਇਜ਼ ਪਲੇਡ, ਇਹ ਸਾਡਾ ਹੁਣ ਸਬਜੈਕਟ ਆ, ਇਹ ਸਾਡਾ ਹੈਲਪਿੰਗ ਵਰਬ ਆ। ਠੀਕ ਹੈ, ਇਹ ਸਾਡਾ ਮੇਨ ਵਰਬ ਆ, ਮੇਨ ਵਰਬ ਸਾਡੇ ਕੋਲ ਕੀ ਆ ਥਰਡ ਫਾਰਮ ਹੋ ਗਈ ਵਰਬ ਦੀ। ਅਸੀਂ ਇੱਥੇ ਯੂਜ਼ ਕੀਤਾ ਸੀ ਕਿ ਵਰਬ ਦੀ ਥਰਡ ਫਾਰਮ ਯੂਜ਼ ਹੋਊਗੀ, ਅਤੇ ਇੱਥੇ ਹੋ ਗਈ ਵਰਬ ਦੀ ਥਰਡ ਫਾਰਮ ਯੂਜ਼ ਕੀਤੀ ਆ। ਇੱਕ ਅਸੀਂ ਦੇਖਿਆ ਸੀ ਕਿ ਇਹਦੇ ਵਿੱਚ ਬਾਏ ਯੂਜ਼ ਹੁੰਦਾ, ਬਾਏ ਹੋ ਗਿਆ, ਅਤੇ ਜਿਹੜਾ ਸਾਡਾ ਸਬਜੈਕਟ ਸੀ ਰਾਮ ਇਹ ਕਿੱਥੇ ਆ ਗਿਆ ਆਬਜੈਕਟ ਬਣ ਗਿਆ, ਬਿਲਕੁਲ ਪਿੱਛੇ ਚਲਾ ਗਿਆ। ਠੀਕ ਹੈ, ਤੁਸੀਂ ਵਾਰ-ਵਾਰ ਵੀਡੀਓ ਰਿਪੀਟ ਕਰ ਸਕਦੇ ਆ, ਵਾਰ-ਵਾਰ ਦੇਖ ਸਕਦੇ ਆ, ਜੇ ਨਹੀਂ ਸਮਝ ਲੱਗਦੀ ਤਾਂ ਮੇਰੇ ਤੋਂ ਪੁੱਛ ਸਕਦੇ ਆ। ਓਕੇ, ਰਾਮ ਪਲੇਜ਼ ਹਾਕੀ, ਹਾਕੀ ਇਜ਼ ਪਲੇਡ ਬਾਏ ਰਾਮ। ਇੱਥੇ ਇਜ਼ ਕਿਵੇਂ ਲੱਗਿਆ ਇਹ ਅੱਗੇ ਚੱਲ ਕੇ ਬੱਚੇ ਆਪਾਂ ਡਿਸਕਸ ਕਰਦੇ ਹਾਂ। ਸੈਕਿੰਡ ਐਗਜ਼ਾਮਪਲ ਆ ਸਾਡੇ ਕੋਲ ਰਾਮ ਵਾਟਰਸ ਦਾ ਪਲਾਂਟਸ। ਇਹ ਸਬਜੈਕਟ ਆ, ਇਹ ਵਰਬ ਦੀ ਫਾਰਮ ਆ ਜਿਹਦੇ ਨਾਲ ਐਸ ਯੂਜ਼ ਆ, ਦਾ ਪਲਾਂਟਸ ਕੀ ਹੈ ਸਾਡੇ ਕੋਲ ਆਬਜੈਕਟ ਆ। ਇਹ ਸਾਡਾ ਕਿਹੜਾ ਸੈਂਟੈਂਸ ਆ ਐਕਟਿਵ ਸੈਂਟੈਂਸ ਆ। ਅਤੇ ਜਦੋਂ ਅਸੀਂ ਪੈਸਿਵ ਸੈਂਟੈਂਸ ਬਣਾਉਣਾ ਤਾਂ ਕੀ ਹੋਣਾ ਦਾ ਪਲਾਂਟਸ ਇੱਥੇ ਆਬਜੈਕਟ ਆ, ਇੱਥੇ ਸਾਡੇ ਕੋਲ ਕੀ ਬਣ ਗਿਆ ਸਬਜੈਕਟ। ਠੀਕ ਹੈ, ਇਹ ਹੋ ਗਿਆ ਸਾਡਾ ਹੈਲਪਿੰਗ ਵਰਬ ਆਹ ਵਾਲਾ, ਅਤੇ ਆਹ ਹੋ ਗਈ ਸਾਡੀ ਵਰਬ ਦੀ ਥਰਡ ਫਾਰਮ, ਅਸੀਂ ਬਾਈ ਯੂਜ਼ ਕਰਨਾ, ਅਤੇ ਜਿਹੜਾ ਸਾਡਾ ਸਬਜੈਕਟ ਸੀ ਉਹ ਸਾਡੇ ਕੋਲ ਕੀ ਬਣ ਜਾਣਾ ਆਬਜੈਕਟ ਬਣ ਜਾਣਾ। ਠੀਕ ਹੈ, ਦਾ ਪਲਾਂਟਸ ਆਰ ਵਾਟਰਡ ਬਾਏ ਰਾਜੂ। ਸਟੂਡੈਂਟਸ ਇਹ ਜਿਹੜੀਆਂ ਸਾਰੀਆਂ ਐਗਜ਼ਾਮਪਲਸ ਆ ਤੁਸੀਂ ਆਪਣੀ ਕਾਪੀ ਦੇ ਉੱਤੇ ਨੋਟ ਕਰਨੀਆਂ। ਠੀਕ ਹੈ, ਤਾਂ ਕਿ ਤੁਹਾਨੂੰ ਪ੍ਰੋਪਰ ਇਸ ਚੀਜ਼ ਦੀ ਸਮਝ ਆ ਜਾਵੇ। ਅਗਲਾ ਰੂਲ ਆ ਬੱਚੇ ਸਾਡੇ ਕੋਲ, ਇਹਦੇ ਵਿੱਚ ਕੀ ਆ ਕਿ ਪ੍ਰਨਾਊਨ ਚੇਂਜ ਕਿਵੇਂ ਹੁੰਦਾ। ਜਦੋਂ ਅਸੀਂ ਸੈਂਟੈਂਸ ਨੂੰ ਐਕਟਿਵ ਤੋਂ ਪੈਸਿਵ ਬਣਾਉਂਦੇ ਆ ਤਾਂ ਸਾਡਾ ਜਿਹੜਾ ਪ੍ਰਨਾਊਨ ਆ ਉਹ ਚੇਂਜ ਹੋ ਜਾਂਦਾ ਗਾ। ਕਿਵੇਂ ਹੁੰਦਾ, ਜੇਕਰ ਸੈਂਟੈਂਸ ਦੇ ਵਿੱਚ ਆਈ ਲੱਗਿਆ ਤਾਂ ਉਹਨੇ ਮੀ ਬਣ ਜਾਣਾ, ਵੀ ਦਾ ਅਸ ਬਣ ਜਾਣਾ, ਯੂ ਦਾ ਯੂ ਰਹਿ ਜਾਣਾ, ਹੀ ਦਾ ਹਿਮ ਬਣ ਜਾਣਾ, ਸ਼ੀ ਚੇਂਜਸ ਇਨਟੂ ਹਰ, ਦੇ ਚੇਂਜਸ ਇਨਟੂ ਦੈਮ। ਅਗਰ ਕਿਸੇ ਦਾ ਨਾਮ ਲਿਖਿਆ ਹੋਇਆ ਰਾਮ, ਸ਼ਾਮ, ਰਾਣੀ, ਰਾਜੂ ਤਾਂ ਉਹਦੇ ਵਿੱਚ ਕੋਈ ਚੇਂਜ ਨਹੀਂ ਆਉਂਦੀ। ਠੀਕ ਹੈ,
अगला रूल है दा वर्ब चेंजिज वैन वी चेंज द सेंटेंस इनटू वॉइस। वर्ब मतलब ਅਸੀਂ ਜਿਹੜਾ ਵਰਬ ਦਿੱਤਾ ਹੁੰਦਾ ਐਕਟਿਵ ਦੇ ਵਿੱਚ ਉਹ ਉਸ ਨੂੰ ਚੇਂਜ ਕਰਕੇ ਅਸੀਂ ਕੀ ਕਰਦੇ ਹਾਂ ਬੱਚੇ, ਵਰਬ ਦੀ ਥਰਡ ਫਾਰਮ ਆ ਜਿਹੜੀ ਯੂਜ਼ ਕਰਦੇ ਹਾਂ। ਠੀਕ ਹੈ, ਅੱਜ ਅਸੀਂ ਕਰਾਂਗੇ ਪਹਿਲਾ ਰੂਲ, ਤੁਸੀਂ ਜਿਹੜਾ ਕਾਪੀ ਦੇ ਉੱਪਰ ਲਿਖਣਾ ਬੱਚੇ, ਪ੍ਰੈਜ਼ੈਂਟ ਫਸਟ ਸੈਂਟੈਂਸ ਆਪਾਂ ਟੈਂਸ ਕੀਤੇ ਸੀ, ਜਿਹਦੇ ਵਿੱਚ ਸਾਡਾ ਪਹਿਲਾ ਟੈਂਸ ਆਉਂਦਾ ਗਾ ਪ੍ਰੈਜ਼ੈਂਟ ਇਨਡੈਫੀਨਿਟ ਟੈਂਸ। ਤੁਹਾਨੂੰ ਯਾਦ ਹੋਊਗਾ, ਜੇ ਨਾ ਯਾਦ ਹੋਇਆ ਤਾਂ ਤੁਸੀਂ ਰਿਵਾਈਜ਼ ਵੀ ਕਰਨਾ ਬੁੱਕ ਦੇ ਉੱਪਰੋਂ। ਪ੍ਰੈਜ਼ੈਂਟ ਇਨਡੈਫੀਨਿਟ ਟੈਂਸ ਦੇਖੋ, ਇਹ ਸੈਂਟੈਂਸ ਜਦੋਂ ਦਿੱਤਾ ਹੁੰਦਾ ਸਾਨੂੰ ਉਹਦੇ ਵਿੱਚ ਕੀ ਯੂਜ਼ ਕੀਤਾ ਹੁੰਦਾ, ਇਹਦਾ ਰੂਲ ਕੀ ਆ ਪ੍ਰੈਜ਼ੈਂਟ ਇਨਡੈਫੀਨਿਟ ਟੈਂਸ ਦਾ, ਇਹਦੇ ਵਿੱਚ ਵਰਬ ਦੀ ਫਸਟ ਫਾਰਮ ਯੂਜ਼ ਹੁੰਦੀ ਆ ਅਤੇ ਜਾਂ ਵਰਬ ਦੀ ਫਸਟ ਫਾਰਮ ਦੇ ਨਾਲ ਐਸ ਜਾਂ ਈ ਐਸ ਯੂਜ਼ ਹੁੰਦਾ। ਜਿਹੜੇ ਪਲੂਰਲ ਹੁੰਦੇ ਆ, ਪਲੂਰਲ ਸ਼ਬਦ ਦੇ, ਦਾ ਬॉयਜ਼, ਦਾ ਗਰਲਜ਼, ਠੀਕ ਹੈ, ਉਹਨਾਂ ਦੇ ਨਾਲ ਅਸੀਂ ਵਰਬ ਦੀ ਪਹਿਲੀ ਫਾਰਮ ਯੂਜ਼ ਕਰਦੇ ਹਾਂ। ਅਤੇ ਜਿਹੜਾ ਸਿੰਗੂਲਰ ਹੁੰਦਾ ਗਾ ਉਹਦੇ ਵਿੱਚ ਅਸੀਂ ਵਰਬ ਦੀ ਪਹਿਲੀ ਫਾਰਮ ਦੇ ਨਾਲ ਐਸ ਜਾਂ ਈ ਐਸ ਯੂਜ਼ ਕਰਦੇ ਹਾਂ। ਹੁਣ ਕੀ ਹੈ, ਜਦੋਂ ਤੁਸੀਂ ਬੱਚੇ ਇਹਨੂੰ ਵੋਇਸ ਦੇ ਵਿੱਚ ਚੇਂਜ ਕਰਨਾ ਤਾਂ ਤੁਸੀਂ ਕੀ ਕਰਨਾ, ਈਜ਼ ਲਾਉਣਾ, ਐਮ ਆਰ ਵਰਬ ਦੀ ਥਰਡ ਫਾਰਮ ਜਾਂ ਬਾਈ ਯੂਜ਼ ਕਰਨਾ। ਹੁਣ ਦੇਖੋ ਜਿੱਥੇ ਸਿੰਗੂਲਰ ਆ, ਸਿੰਗੂਲਰ ਕਿਹੜੇ ਆ, ਹੀ, ਸ਼ੀ, ਇਟ, ਹੀ ਇਜ਼, ਸ਼ੀ ਇਜ਼, ਇਟ ਇਜ਼, ਠੀਕ ਆ, ਤਾਂ ਇਹਦੇ ਵਿੱਚ ਕੀ ਅਸੀਂ ਯੂਜ਼ ਕਰਨਾ, ਇਜ਼। ਅਗਰ ਹੀ ਸ਼ੀ ਸਬਜੈਕਟ ਬਣਦਾ ਤਾਂ ਇਹਦੇ ਵਿੱਚ ਅਸੀਂ ਯੂਜ਼ ਕਰਨਾ ਹੈਲਪਿੰਗ ਵਰਬ ਇਜ਼। ਅਗਰ ਆਈ ਬਣਦਾ ਤਾਂ ਐਮ। ਅਗਰ ਪਲੂਰਲ ਆ, ਵੀ ਐਂਡ ਦੇ ਆ, ਤਾਂ ਅਸੀਂ ਕੀ ਕਰਨਾ, ਆਰ। ਅਤੇ ਸੇਮ ਜਿਹੜਾ ਹੈਗਾ ਰੂਲ ਇਹਦਾ ਕਿ ਵਰਬ ਦੀ ਥਰਡ ਫਾਰਮ ਅਤੇ ਨਾਲ ਬਾਈ ਯੂਜ਼ ਕਰਨਾ। ਸਟੂਡੈਂਟਸ ਯੂ ਹੈਵ ਟੂ ਨੀਡ ਟੂ ਰਾਈਟ ਦਿਸ ਰੂਲ ਔਨ ਯੂਅਰ ਨੋਟਬੁੱਕ। ਸਭ ਬੱਚਿਆਂ ਨੇ ਇਹ ਰੂਲ ਆਪਣੀ ਨੋਟਬੁੱਕ ਦੇ ਉੱਪਰ ਨੋਟ ਕਰਨਾ, ਠੀਕ ਆ, ਤਾਂ ਹੀ ਤੁਹਾਨੂੰ ਬੱਚੇ ਪਤਾ ਚੱਲੇਗਾ ਕਿ ਇਸ ਸੈਂਟੈਂਸ ਦੇ ਵਿੱਚ ਕਿਹੜਾ ਰੂਲ ਆ ਜਿਹਨੂੰ ਅਸੀਂ ਫੋਲੋ ਕਰਕੇ ਜਿਹੜਾ ਵੋਇਸ ਆ ਚੇਂਜ ਕਰਨਾ ਗਾ। ਹੁਣ ਸਾਡੇ ਕੋਲੇ ਆ, ਦੇਖੋ ਧਿਆਨ ਨਾਲ, ਰਾਣੀ ਹੈਲਪਸ ਦਾ ਪੂਅਰ। ਲੁੱਕ ਇਟ ਕਲੀਅਰਲੀ, ਰਾਣੀ ਹੈਲਪਸ ਦਾ ਪੂਅਰ। ਮੈਂ ਤੁਹਾਡੀ ਹੈਲਪ ਦੇ ਲਈ ਲਾਈਨਸ ਵੀ ਲਗਾਈਆਂ। ਰਾਣੀ ਕੀ ਹੈ ਸਾਡੇ ਕੋਲ, ਸਬਜੈਕਟ ਆ ਜਿਹੜਾ ਕੰਮ ਕਰ ਰਹੀ ਆ। ਹੈਲਪਸ ਕੀ ਆ, ਵਰਬ ਦੀ ਪਹਿਲੀ ਫਾਰਮ ਆ ਅਤੇ ਨਾਲ ਐਸ ਯੂਜ਼ ਕੀਤੀ ਆ ਕਿਉਂਕਿ ਰਾਣੀ ਆ ਜਿਹੜਾ ਸਿੰਗੂਲਰ ਆ। ਅਸੀਂ ਪਹਿਲਾਂ ਵੀ ਇੱਥੇ ਦੇਖਿਆ ਨਾ ਧਿਆਨ ਨਾਲ ਕਿ ਜੇ ਸਿੰਗੂਲਰ ਆ ਉਹਦੇ ਵਿੱਚ ਵਰਬ ਦੀ ਫਾਰਮ ਦੇ ਨਾਲ ਐਸ ਯੂਜ਼ ਕੀਤਾ ਹੁੰਦਾ। ਅਤੇ ਦਾ ਪੂਅਰ ਸਾਡੇ ਕੋਲ ਕੀ ਆ, ਇਹ ਆਬਜੈਕਟ ਆ, ਠੀਕ ਹੈ, ਸਬਜੈਕਟ, ਵਰਬ ਦੀ ਫਾਰਮ ਅਤੇ ਆਬਜੈਕਟ। ਹੁਣ ਅਸੀਂ ਇਹਨੂੰ ਚੇਂਜ ਕਰਨਾ, ਕਿਵੇਂ ਚੇਂਜ ਕਰਨਾ ਧਿਆਨ ਨਾਲ ਦੇਖੋ। ਇੱਕ ਹੋਰ ਗੱਲ ਨੋਟ ਕਰੋ ਬੱਚੇ, ਜਿਹੜੇ ਦਾ ਪੂਅਰ ਵਰਡ ਆ ਇਹਨੂੰ ਅਸੀਂ ਪਲੂਰਲ ਦੇ ਵਿੱਚ ਹੀ ਯੂਜ਼ ਕਰਦੇ ਹਾਂ, ਠੀਕ ਹੈ, ਇਹਨੂੰ ਸਿੰਗੂਲਰ ਨਹੀਂ ਯੂਜ਼ ਕਰਦੇ, ਦਾ ਪੂਅਰ, ਠੀਕ ਹੈ। ਪੂਅਰ ਅਸੀਂ ਜੇ ਇੱਕ ਗਰੀਬ ਹੋਵੇ ਤਾਂ ਵੀ ਪੂਅਰ ਬੋਲਦੇ ਹਾਂ, ਅਗਰ ਜ਼ਿਆਦਾ ਗਰੀਬ ਹੋਣ ਤਾਂ ਵੀ ਇਹਨੂੰ ਪੂਅਰ ਹੀ ਬੋਲਿਆ ਜਾਂਦਾ। ਤਾਂ ਅਸੀਂ ਕੀ ਬਣੂਗਾ ਸਾਡਾ ਸੈਂਟੈਂਸ, ਧਿਆਨ ਨਾਲ ਦੇਖੋ, ਪੂਅਰ ਆਰ। ਹੁਣ ਪੂਅਰ ਆ ਜਿਹੜਾ ਅਸੀਂ ਪਲੂਰਲ ਫਾਰਮ ਦੇ ਵਿੱਚ ਯੂਜ਼ ਕੀਤਾ, ਤਾਂ ਪੂਅਰ ਆਰ ਵਰਬ ਦੀ ਥਰਡ ਫਾਰਮ ਕੀ ਬਣੂਗੀ ਸਾਡੀ, ਹੈਲਪ, ਹੈਲਪਡ, ਹੈਲਪਡ, ਠੀਕ ਹੈ। ਜਦੋਂ ਅਸੀਂ ਇਹਦੀ ਹੈਲਪਡ ਬਣਾਉਣਾ ਤਾਂ ਐਸ ਹੈ ਜਿਹੜੀ ਇੱਥੋਂ ਕੱਟੀ ਜਾਣੀ ਹੈ, ਦਾ ਪੂਅਰ ਆਰ ਹੈਲਪਡ, ਅਸੀਂ ਬਾਈ ਯੂਜ਼ ਕਰਨਾ। ਆ ਮੈਂ ਤੁਹਾਨੂੰ ਪਹਿਲਾਂ ਦੱਸਿਆ ਸੀ ਕਿ ਅਗਰ ਕਿਸੇ ਦਾ ਨਾਂ ਆਉਂਦਾ, ਕੋਈ ਵੀ ਨਾਉਨ ਆ, ਤਾਂ ਅਸੀਂ ਉਹਨੂੰ ਨਹੀਂ ਚੇਂਜ ਕਰਨਾ, ਪੂਅਰ ਆਰ ਹੈਲਪਡ ਬਾਏ ਰਾਣੀ। I think you will understand properly. Second example ਆ ਬੱਚੇ ਸਾਡੇ ਕੋਲੇ, I sing a song. I ਸਾਡੇ ਕੋਲੇ ਸਬਜੈਕਟ, sing verb ਦੀ ਫਾਰਮ, a song ਸਾਡੇ ਕੋਲੇ ਕੀ ਆ, ਆਬਜੈਕਟ ਆ। ਹੁਣ ਇੱਥੇ ਆਪਾਂ ਦੇਖਿਆ ਸੀ ਕਿ I ਦੇ ਨਾਲ ਅਸੀਂ ਕੀ ਯੂਜ਼ ਕਰਨਾ, M, ਠੀਕ ਹੈ। ਹੁਣ a song ਸਿੰਗੂਲਰ ਆ ਤਾਂ ਅਸੀਂ ਕੀ ਯੂਜ਼ ਕਰਨਾ, is. A song is verb ਦੀ third form, sing, sang, sung. A song is sung by, I ਦਾ ਕੀ ਬਣ ਜਾਣਾ, ਜਿਹੜੀ ਪ੍ਰਨਾਊਨ ਚੇਂਜ ਆ I ਨੇ ਕੀ ਬਣ ਜਾਣਾ, me.
थर्ड है राजू प्लेज फुटबॉल। सेम सब्जैक्ट वर्ब दी फॉर्म ते ऑब्जैक्ट। फुटबॉल एक गल होर बच्चे, जदों असी कोई भी चीज़ नूं स्टार्टिंग करनी हैगी, जिवें इत्थे फुटबॉल दी एफ आ जिहड़ी समॉल आ, छोटी एफ आ, ठीक है। तो इत्थे आके जो असी लाइन स्टार्ट करते हैं पंक्चुएशन के रूल्स के अकॉर्डिंगली, तो असी कैपीटल लैटर आ जिहड़ा उहनूं यूज़ करते हैं। फुटबॉल ए, फुटबॉल हुण साडे कोल की आ, एक वचन आ, सिंगूलर है, ठीक है। फुटबॉल इज़ एक वचन के नाल असी सिंगूलर नाल की लाउणा, इज़। प्ले दी थर्ड फॉर्म प्ले, प्लेड, प्लेड, प्लेड बाय, हुण राजू आ तो राजू ही रह जाना, इहदा नाउन है, ठीक है। प्लेड बाय राजू। नैक्सट एग्जाम्पल, आई प्ले फुटबॉल। हुण इत्थे राजू प्लेज फुटबॉल, राजू सिंगूलर आ तो वर्ब दी फॉर्म दे नाल असी एस यूज़ कीती आ। इत्थे आई आ जिहड़ा, सॉरी राजू सिंगूलर सी तो असी एस यूज़ कीती है वर्ब दी फॉर्म दे नाल। आई आ जिहड़ा उहनूं असी प्लूरल दे विच काउंट कीता जांदा इंग्लिश लैंगुएज दे विच, इसलिए असी आई दे नाल की करना, पहलां असी उपर भी देखिया कि आई दे नाल असी की यूज़ करना, एम, ठीक है। बट इत्थे तां की है साडे कोले इहने ऑब्जैक्ट बन जाना, असी यूज़ करांगे मी। हेयर वी यूज़ आई एंड हेयर वी यूज़ मी। हेयर वी आल्सो यूज़ फुटबॉल, इज सिंगूलर आ, फुटबॉल एक गेम आ, फुटबॉल इज प्लेड बाय मी। नैक्सट है रानी सिंग्स ए सॉन्ग। हुण असी ये साडे कोले ऑब्जैक्ट है, इनू सबजैक्ट बन जाना इहने, ए सॉन्ग इज प्लेड, सॉरी प्लेड नहीं होना इत्थे, ए फुटबॉल इज सिंग दी थर्ड फॉर्म, सिंग सैंग संग, इज संग बाय रानी। ओके, नैक्सट आर द बॉयज मेक ए नॉइस। ए आ साडे कोले ऑब्जैक्ट आ, दिस विल चेंज इनटू सब्जैक्ट, ए नॉइस is make, made, made, is made by the boys. Okay, I think it is clear to you. If after that you follow any problem, you see any problem, you can call me, you can watch the video repeatedly so you can understand this grammar topic, active and passive. रूल्स सब बच्चों ने लिखने आगे, तो जी ये वाली एग्जाम्पल्स मैं तुम्हें कराई ये भी तुसी कॉपी ते करने आईया, ठीक है। होमवर्क भी तुम्हें सेंड किया जाऊगा, पहला तुसी ये वाली जिहड़ियां सारे रूल्स आ तुसी जिवें मैं पहलां करवाए आ वो तुसी कॉपी ते नाल दी नाल लिखने आ। ओके, ध्यान दे नाल काम करना, होमवर्क है जिहड़ा तुहानूं सेंड किया जाऊगा।